ਹੈਲੋ ਡੀਅਰ ਸਟੂਡੈਂਟਸ। ਤਾਂ ਅੱਜ ਦਾ ਆਪਣਾ ਟੌਪਿਕ ਆ ਦਾ ਇੰਡੀਅਨ ਕਾਊਂਸਲ ਐਕਟ 1861। ਪਿਛਲੇ ਐਕਟ ਦੀ ਸੀਰੀਜ਼ ਦੇ ਅਕੋਰਡਿੰਗ ਆਪਾਂ ਨੇ ਜੋ ਲਾਸਟ ਵਾਲਾ ਐਕਟ ਕਵਰ ਕਰਿਆ ਸੀ ਉਹ ਸੀ 1858 ਦਾ ਐਕਟ, ਜਿਹੜਾ ਕਿ ਸਪੋਏ ਮਿਊਟਨੀ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਫਸਟ ਵਾਰ ਆਫ ਇੰਡੀਪੈਂਡੈਂਸ ਤੋਂ ਬਾਅਦ ਦੇ ਵਿੱਚ ਰਿਲੀਜ਼ ਹੋਇਆ ਸੀ। ਉਹ ਐਕਟ ਦੇ ਅਕੋਰਡਿੰਗ ਜੋ ਗਵਰਨਰ ਜਨਰਲ ਆਫ ਇੰਡੀਆ ਸੀ ਉਹਨੂੰ ਵਾਇਸਰਾਏ ਦੇ ਨਾਲ ਰੀਪਲੇਸ ਕਰ ਦਿੱਤਾ ਗਿਆ, ਅਤੇ ਇਸ ਤੋਂ ਇਲਾਵਾ ਈਸਟ ਇੰਡੀਆ ਕੰਪਨੀ ਦੇ ਰੂਲ ਨੂੰ ਟੋਟਲੀ ਖਤਮ ਕੀਤਾ ਗਿਆ। ਅਤੇ ਥਰਡ ਪੁਆਇੰਟ ਸੀ ਜਿਹੜੀ ਹੁਣ ਜੋ ਇੰਡੀਆ ਸੀ ਉਹਨੂੰ ਡਾਇਰੈਕਟ ਬ੍ਰਿਟਿਸ਼ ਕਲੋਨੀ ਬਣਾ ਲਿਆ ਗਿਆ, ਮਤਲਬ ਕਿ ਹੁਣ ਇੰਡੀਆ ਦੇ ਵਿੱਚ ਕੋਈ ਵੀ ਕੰਪਨੀ ਰੂਲ ਨਹੀਂ ਕਰ ਰਹੀ, ਇੰਡੀਆ ਦੇ ਵਿੱਚ ਬ੍ਰਿਟੇਨ ਦੀ ਸਰਕਾਰ ਦਾ ਰੂਲ ਆ, ਜੋ ਵੀ ਲਾਅ ਵਗੈਰਾ ਪਾਸ ਕਰਨੇ ਹੋਣਗੇ ਉਹਨਾਂ ਦੇ ਅੰਡਰ ਹੋਣਗੇ। ਤਾਂ ਇਹ ਵਾਲੇ ਐਕਟ ਦੇ ਵਿੱਚ ਆਪਾਂ ਹਿਸਟੋਰੀਕਲ ਬੈਕਗਰਾਊਂਡ ਬਾਰੇ ਦੇਖਾਂਗੇ। ਗੌਰਮੈਂਟ ਨੇ ਸੋਚਿਆ ਕਿ ਈਸਟ ਇੰਡੀਆ ਕੰਪਨੀ ਦੇ ਟਾਈਮ ਤੋਂ ਜੋ ਰੂਲਸ ਜਾਂ ਫਿਰ ਕਹਿ ਲਓ ਢਾਂਚੇ ਚੱਲਦੇ ਆ ਰਹੇ ਨੇ ਉਹਨਾਂ ਦੇ ਵਿੱਚ ਚੇਂਜ ਕਰਨ ਦੀ ਲੋੜ ਆ। ਤਾਂ ਉਹੀ ਚੀਜ਼ ਨੂੰ ਠੀਕ ਕਰਨ ਦੇ ਵਾਸਤੇ 3 ਕਾਊਂਸਲ ਐਕਟ ਪਾਸ ਹੋਏ। ਫਸਟ ਸੀ ਇੰਡੀਅਨ ਕਾਊਂਸਲ ਐਕਟ 1861, ਜਿਹੜਾ ਕਿ ਆਪਣਾ ਅੱਜ ਦਾ ਟੌਪਿਕ ਹੀ ਆ। ਨੈਕਸਟ 1802 ਦੇ ਵਿੱਚ ਹੋਇਆ ਸੀ, ਅਤੇ ਥਰਡ ਸੀ 1909 ਦੇ ਵਿੱਚ। ਤਾਂ ਇਸ ਤੋਂ ਪਹਿਲਾਂ ਆਪਾਂ ਕੰਟਰੋਲ ਬਾਰੇ ਦੇਖਦੇ ਹਾਂ ਕਿ ਪਹਿਲਾਂ ਕਿਹਦਾ ਕੰਟਰੋਲ ਸੀ, ਉਸ ਤੋਂ ਬਾਅਦ ਦੇ ਵਿੱਚ ਕੀ ਚੇਂਜ ਹੋਏ ਸੀ। ਪਹਿਲਾਂ ਆਪਾਂ ਜਾਣਦੇ ਹਾਂ ਕਿ ਜਿਸ ਟਾਈਮ ਕੰਪਨੀ ਦਾ ਰੂਲ ਹੁੰਦਾ ਸੀ ਉਸ ਟਾਈਮ ਕੋਰਟ ਆਫ ਡਾਇਰੈਕਟਰਸ ਅਤੇ ਬੋਰਡ ਆਫ ਕੰਟਰੋਲ ਇਹ ਅਸਲ ਦੇ ਵਿੱਚ ਰਿਸਪੋਂਸੀਬਲ ਹੁੰਦੇ ਸੀ, ਕੰਟਰੋਲ ਕਰਦੇ ਸੀ ਕੰਪਨੀ ਦੇ ਰੂਲ ਨੂੰ। ਬਾਅਦ ਦੇ ਵਿੱਚ 1858 ਦੇ ਐਕਟ ਦੇ ਵਿੱਚ ਸੈਕਟਰੀ ਆਫ ਸਟੇਟ ਬਣਾ ਦਿੱਤਾ ਗਿਆ, ਮਤਲਬ ਕਿ ਹੁਣ ਕੋਰਟ ਆਫ ਡਾਇਰੈਕਟਰਸ ਅਤੇ ਬੋਰਡ ਆਫ ਕੰਟਰੋਲ ਨੂੰ ਖਤਮ ਕਰ ਦਿੱਤਾ ਗਿਆ, ਅਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦੀ ਜਿਹੜੀਆਂ ਪਾਵਰ ਸੀ ਉਹ ਸੈਕਟਰੀ ਆਫ ਸਟੇਟ ਨੂੰ ਦਿੱਤੀਆਂ ਗਈਆਂ। ਹੁਣ ਇੰਡੀਅਨ ਐਡਮਿਨਿਸਟ੍ਰੇਸ਼ਨ ਦੀ ਜਿਹੜੀ ਰਿਸਪੋਂਸੀਬਿਲਿਟੀ ਸੀ ਉਹ ਸੈਕਟਰੀ ਆਫ ਸਟੇਟ ਦੀ ਸੀ। ਜਿਹੜਾ ਸੈਕਟਰੀ ਆਫ ਸਟੇਟ ਹੁੰਦਾ ਸੀ ਉਹ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਕੈਬਨਿਟ ਮਿਨਿਸਟਰ ਹੁੰਦਾ ਸੀ। ਇਹਦੇ ਨੂੰ 15 ਮੈਂਬਰਾਂ ਦੀ ਇੱਕ ਬਾਡੀ ਦਿੱਤੀ ਗਈ ਸੀ ਜਿਹੜੀ ਇਹਦੀ ਹੈਲਪ ਲਈ ਹੁੰਦੀ ਸੀ। ਇਸ ਤੋਂ ਇਲਾਵਾ ਜੋ ਸੈਕਟਰੀ ਆਫ ਸਟੇਟ ਸੀ ਉਹ ਬ੍ਰਿਟੇਨ ਦੇ ਵਿੱਚ ਰਹਿੰਦਾ ਸੀ, ਅਤੇ ਉਹਦੇ ਬਿਹਾਫ ਦੇ ਉੱਤੇ ਵਾਇਸਰਾਏ ਸੀ ਜਿਹੜਾ ਉਹ ਐਡਮਿਨਿਸਟ੍ਰੇਸ਼ਨ ਨੂੰ ਦੇਖਦਾ ਹੁੰਦਾ ਸੀ। ਹੁਣ ਵੀ ਉਹਨਾਂ ਨੂੰ ਹੁਣ ਵੀ ਉਵੇਂ ਚੱਲ ਰਿਹਾ ਸੀ, ਐਵੇਂ ਕੋਈ ਚੇਂਜ ਨਹੀਂ ਹੋਇਆ, ਬਸ ਜਿਵੇਂ 1858 ਦੇ ਐਕਟ ਦੇ ਵਿੱਚ ਉਹਨਾਂ ਨੇ ਡਿਸਾਈਡ ਕਰਿਆ ਸੀ ਉਸੇ ਤਰੀਕੇ ਨਾਲ ਸੀ। ਬਟ ਚੇਂਜ ਹੋਇਆ ਕੀ ਸੀ, ਜਿਹੜੀ ਵਾਇਸਰਾਏ ਦੀ ਐਗਜ਼ੀਕਿਊਟਿਵ ਕਾਊਂਸਿਲ ਸੀ ਉਹਦੇ ਵਿੱਚ ਪਹਿਲਾਂ 4 ਮੈਂਬਰ ਸੀ, ਹੁਣ ਉਹ 4 ਤੋਂ ਵਧਾ ਕੇ 6 ਹੋ ਗਈ ਸੀ ਗਿਣਤੀ। ਤਾਂ 6 ਮੈਂਬਰ ਹੋਣ ਦੇ ਨਾਲ ਇਸ ਦੇ ਨਾਲ ਆਪਣੇ ਕੋਲ ਕੀ ਸੀ ਕਿ ਪਹਿਲਾਂ ਇਹ ਕੀ ਸੀ, ਐਡਵਾਈਜ਼ਰੀ ਬਾਡੀ ਹੁੰਦੀ ਸੀ। ਹੁਣ ਮਤਲਬ ਜਿਹੜੀ ਐਗਜ਼ੀਕਿਊਟਿਵ ਕਾਊਂਸਿਲ ਸੀ ਵਾਇਸਰਾਏ ਦੀ ਇਹ ਐਡਵਾਈਜ਼ਰੀ ਬਾਡੀ ਸੀ। ਹੁਣ ਜਿਹੜੇ 6 ਮੈਂਬਰ ਸੀ ਉਹਨਾਂ ਨੂੰ ਅਲੱਗ-ਅਲੱਗ ਪੋਰਟਫੋਲੀਓ ਦਿੱਤੇ ਸੀ, ਅਲੱਗ-ਅਲੱਗ ਡਿਪਾਰਟਮੈਂਟ ਦਿੱਤੇ ਸੀ। ਡਿਪਾਰਟਮੈਂਟ ਮਿਲਣ ਦੇ ਨਾਲ ਮਤਲਬ ਇੱਕ ਤਰੀਕੇ ਨਾਲ ਕਹਿ ਲਓ ਉਹ ਡਿਪਾਰਟਮੈਂਟ ਦੇ ਉਹਦੇ ਹੈੱਡ ਹੋ ਗਏ, ਉਹਨਾਂ ਦੀ ਰਿਸਪੋਂਸੀਬਿਲਿਟੀ ਹੋ ਗਈ। ਤਾਂ ਜਿਹੜੇ ਹੁਣ ਸਾਰਾ ਕੁਛ ਚੱਲ ਰਿਹਾ ਨਾ, ਤਾਂ ਇੰਨੀ ਗੱਲ ਤਾਂ ਹੁਣ ਆਪਾਂ ਨੂੰ ਜਿੰਨਾ ਕੁ ਆਪਾਂ ਨੇ ਰੀਡ ਕਰਿਆ ਇਹਦੇ ਅਕੋਰਡਿੰਗ ਆਪਾਂ ਨੂੰ ਸਮਝ ਆ ਰਹੀ ਹੈ ਕਿ ਬ੍ਰਿਟਿਸ਼ਰਸ ਅਸਲ ਦੇ ਵਿੱਚ ਕਰ ਕੀ ਰਹੇ ਨੇ, ਕਿ ਉਹਨਾਂ ਨੂੰ ਐਵੇਂ ਹੈ ਕਿ ਐਡਮਿਨਿਸਟ੍ਰੇਸ਼ਨ ਨੂੰ ਵਧੀਆ ਬਣਾਉਣਾ। ਐਡਮਿਨਿਸਟ੍ਰੇਸ਼ਨ ਨੂੰ ਵਧੀਆ ਬਣਾਉਣ ਦੇ ਵਾਸਤੇ ਜਾਂ ਫਿਰ ਆਪਾਂ ਕਹਿ ਲਓ ਜ਼ਿਆਦਾ ਟਾਈਮ ਤੱਕ ਰੂਲ ਕਰਨ ਦੇ ਵਾਸਤੇ ਉਹਨਾਂ ਨੂੰ ਜਿਹੜੀ ਮੇਨ ਸਪੋਰਟ ਸੀ ਉਹ ਇੰਡੀਅਨਸ ਹੀ ਚਾਹੀਦੀ ਸੀ। ਜਿੰਨੀ ਦੇਰ ਤੱਕ ਇੰਡੀਆ ਦੇ ਲੋਕ ਉਹਨਾਂ ਨੂੰ ਸਪੋਰਟ ਨਹੀਂ ਕਰਦੇ ਉਨੀ ਦੇਰ ਤੱਕ ਉਹ ਰੂਲ ਨਹੀਂ ਸੀ ਕਰ ਸਕਦੇ, ਠੀਕ ਹੈ। ਤਾਂ ਉਹੀ ਵਾਲੀ ਚੀਜ਼ ਨੂੰ ਸਾਰੇ ਕਾਸੇ ਨੂੰ ਠੀਕ ਕਰਨ ਦੇ ਵਾਸਤੇ ਇਹ ਵਾਲੇ ਐਕਟ ਪਾਸ ਹੋ ਰਹੇ ਸੀ। ਤਾਂ ਇਸੇ ਐਕਟ ਦੀ ਸੀਰੀਜ਼ ਦੇ ਵਿੱਚ ਜਿਹੜਾ ਨੈਕਸਟ ਪ੍ਰੋਵੀਜ਼ਨ ਸੀ ਉਹ ਆਪਣੇ ਕੋਲ ਕੀ ਸੀ, ਟ੍ਰੈਂਡ ਆਫ ਡੀਸੈਂਟਰਲਾਈਜੇਸ਼ਨ। ਡੀਸੈਂਟਰਲਾਈਜੇਸ਼ਨ ਤੋਂ ਪਹਿਲਾਂ ਆਪਾਂ ਨੂੰ ਸੈਂਟਰਲਾਈਜੇਸ਼ਨ ਵਰਡ ਦਾ ਮਤਲਬ ਕਲੀਅਰ ਹੋਣਾ ਚਾਹੀਦਾ। ਸੈਂਟਰਲਾਈਜੇਸ਼ਨ ਦਾ ਮਤਲਬ ਕੀ ਹੁੰਦਾ, ਜਦੋਂ ਸਾਰੀ ਪਾਵਰ ਇੱਕ ਸੈਂਟਰ ਦੇ ਹੱਥ ਆ ਜਾਵੇ। ਫੋਰ ਐਗਜ਼ਾਮਪਲ ਜਿਵੇਂ ਹੁਣ ਆਪਣੇ ਕੋਲ ਇੰਡੀਆ ਇੱਕ ਕੰਟਰੀ ਹੋ ਗਈ, ਕੰਟਰੀ ਦੇ ਵਿੱਚ ਅੱਗੇ ਸਟੇਟਸ ਡਿਵਾਈਡਡ ਨੇ, ਪੰਜਾਬ, ਹਰਿਆਣਾ, ਯੂਪੀ ਅਲੱਗ-ਅਲੱਗ ਮਤਲਬ ਸਟੇਟਸ ਨੇ। ਸੈਂਟਰ ਕੋਲ ਅਲੱਗ ਲਾਅ ਮੇਕਿੰਗ ਦੀ ਪਾਵਰ ਆ ਔਰ ਸਟੇਟਸ ਕੋਲ ਆਪਣੀ ਲਾਅ ਮੇਕਿੰਗ ਦੀ ਪਾਵਰ ਆ। ਬਟ ਜੇ ਕੱਲ੍ਹ ਨੂੰ ਕੋਈ ਵੀ ਐਵੇਂ ਦਾ ਰੂਲ ਹੁੰਦਾ ਕਿ ਸਟੇਟਸ ਦੀ ਜਿਹੜੀ ਲਾਅ ਮੇਕਿੰਗ ਦੀ ਪਾਵਰ ਆ ਉਹਨੂੰ ਖਤਮ ਕਰ ਦਿੱਤਾ ਜਾਵੇ, ਅਤੇ ਜਿਹੜੀ ਸੈਂਟਰ ਦੀ ਗੌਰਮੈਂਟ ਆ ਸਿਰਫ ਉਹੀ ਲਾਅ ਬਣਾ ਸਕਦੀ ਆ, ਉਹਨਾਂ ਕੋਲ ਹੀ ਲਾਅ ਮੇਕਿੰਗ ਦੀ ਜ਼ਿੰਮੇਵਾਰੀ ਆ, ਤਾਂ ਆਪਾਂ ਕੀ ਕਹਾਂਗੇ ਕਿ ਜਿਹੜਾ ਲੈਜਿਸਲੇਟਿਵ ਫੰਕਸ਼ਨ ਸੀ, ਲਾਅ ਮੇਕਿੰਗ ਦਾ ਫੰਕਸ਼ਨ ਸੀ, ਉਹ ਕੀ ਹੋ ਗਿਆ, ਸੈਂਟਰਲਾਈਜ਼ ਹੋ ਗਿਆ। ਮਤਲਬ ਕਿ ਸੈਂਟਰ ਦੇ ਹੱਥ, ਇੱਕ ਬੰਦੇ ਦੇ ਹੱਥ ਪਾਵਰ ਆ ਗਈ। ਅਤੇ ਡੀਸੈਂਟਰਲਾਈਜੇਸ਼ਨ ਦਾ ਮਤਲਬ ਕੀ ਹੁੰਦਾ, ਇਹ ਤੋਂ ਉਲਟਾ ਹੋ ਜਾਣਾ। ਮਤਲਬ ਕਿ ਪਹਿਲਾਂ ਪਾਵਰ ਇੱਕ ਦੇ ਹੱਥ ਸੀ, ਹੁਣ ਜਿਹੜੀ ਉਹ ਪਾਵਰ ਸੀ ਉਹ ਡਿਸਟਰੀਬਿਊਟ ਹੋ ਰਹੀ ਹੈ। ਤਾਂ ਇਹਦੇ ਵਿੱਚ ਕੀ ਹੋਇਆ ਸੀ, ਟ੍ਰੈਂਡ ਆਫ ਡੀਸੈਂਟਰਲਾਈਜੇਸ਼ਨ ਹੋਇਆ ਸੀ। ਮਤਲਬ ਕਿ ਜਿਹੜੇ ਪਹਿਲਾਂ ਐਕਟ ਦੇ ਅਕੋਰਡਿੰਗ ਬੰਬਈ ਅਤੇ ਮਦਰਾਸ ਪ੍ਰੈਜ਼ੀਡੈਂਸੀਜ਼ ਦੀ ਲੈਜਿਸਲੇਟਿਵ ਪਾਵਰ ਨੂੰ ਖੋਹ ਲਿਆ ਗਿਆ ਸੀ, ਇਹਦੇ ਵਿੱਚ ਉਹਨਾਂ ਨੂੰ ਵਾਪਸ ਪਾਵਰ ਦਿੱਤੀ ਗਈ ਸੀ ਕਿ ਹੁਣ ਮੁੰਬਈ ਅਤੇ ਮਦਰਾਸ ਪ੍ਰੈਜ਼ੀਡੈਂਸੀਜ਼ ਦੇ ਵਿੱਚ ਜਿਹੜੇ ਲਾਅ ਬਣਾਉਣੇ ਨੇ ਉਹ ਉੱਥੋਂ ਦੀ ਲੈਜਿਸਲੇਟਿਵ ਕਾਊਂਸਿਲ ਜਾਂ ਫਿਰ ਜਿਹੜੇ ਵੀ ਗਵਰਨਰ ਨੇ ਉਹ ਬਣਾਉਣਗੇ। ਇਸ ਤੋਂ ਇਲਾਵਾ ਜਿਹੜੇ ਆਪਣੇ ਬੰਗਾਲ ਸੀ, ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ ਅਤੇ ਪੰਜਾਬ, ਇੱਥੇ ਵੀ ਲੈਜਿਸਲੇਟਿਵ ਕਾਊਂਸਿਲ ਦੀ ਐਸਟੈਬਲਿਸ਼ਮੈਂਟ ਕੀਤੀ ਗਈ ਤਾਂ ਕਿ ਇੱਥੇ ਵੀ ਲਾਅ ਮੇਕਿੰਗ ਦੀ ਪ੍ਰੋਸੈਸ ਨੂੰ
ਠੀਕ ਕੀਤਾ ਜਾ ਸਕੇ, ਬਣਾਏ ਜਾ ਸਕਣ law. By associating Indians with the law-making process, a new beginning was made for the representative institutions. ਲਾਅ ਮੇਕਿੰਗ ਦੀ ਜਿਹੜੀ ਪ੍ਰੋਸੈਸ ਹੁੰਦੀ ਸੀ ਉਹਦੇ ਵਿੱਚ ਕਿਤੇ ਨਾ ਕਿਤੇ ਇੰਡੀਅਨਸ ਦੀ ਵੀ ਰਿਪਰੈਜ਼ੈਂਟੇਸ਼ਨ ਰੱਖੀ ਗਈ। ਹੁਣ ਇਹ ਰਿਪਰੈਜ਼ੈਂਟੇਸ਼ਨ ਹੈ ਕਿਵੇਂ ਸੀ, ਕਿੰਨੀਆਂ ਕਿ ਉਹਨਾਂ ਦੇ ਹੱਥ 'ਚ ਅਸਲ ਦੇ ਵਿੱਚ ਪਾਵਰ ਸੀ, ਉਹ ਆਪਾਂ ਅੱਗੇ ਕਵਰ ਕਰਦੇ ਹਾਂ ਕਿ ਕੀ ਹੋਇਆ ਸੀ। ਨੈਕਸਟ ਪੁਆਇੰਟ ਆ, ਪ੍ਰੋਵਾਈਡ ਫॉर ਦ ਪ੍ਰੋਵੀਜ਼ਨਸ ਆਫ ਵਾਇਸਰॉयਜ਼ ਨੋਮੀਨੇਟਿੰਗ ਸਮ ਇੰਡੀਅਨ ਮੈਂਬਰਸ ਟੂ ਹਿਜ਼ ਐਕਸਟੈਂਡਡ ਕਾਊਂਸਿਲ। ਇਹ ਵਾਲੀ ਚੀਜ਼ ਨੂੰ ਥੋੜ੍ਹਾ ਜਿਹਾ ਧਿਆਨ ਨਾਲ ਸਮਝਿਓ। ਅਸਲ ਦੇ ਵਿੱਚ ਕੀ ਸੀ, ਪਹਿਲਾਂ ਐਕਟ ਆਫ 1853 ਸੀ, ਉਹਦੇ ਵਿੱਚ ਕੀ ਸੀ, ਜਿਹੜੇ ਲੈਜਿਸਲੇਟਿਵ ਫੰਕਸ਼ਨ ਦੇ ਲਈ 12 ਮੈਂਬਰ ਹੁੰਦੇ ਸੀ, ਜਿਹਨੂੰ ਆਪਾਂ ਮਿਨੀ ਪਾਰਲੀਮੈਂਟ ਬੋਲਦੇ ਸੀ। 1858 ਦੇ ਵਿੱਚ ਬਸ ਜਿੱਥੇ ਗਵਰਨਰ ਜਨਰਲ ਸੀ ਉਹਦੀ ਜਗ੍ਹਾ ਦੇ ਉੱਤੇ ਵਾਇਸਰਾਏ ਆ ਗਿਆ ਸੀ। ਬਾਕੀ ਸਾਰਾ ਕੁਝ ਸੇਮ, 12 ਮੈਂਬਰ ਦੀ ਲੈਜਿਸਲੇਟਿਵ ਫੰਕਸ਼ਨ ਕਰਨ ਦੇ ਵਾਸਤੇ ਬਾਡੀ ਹੋ ਗਈ ਆਪਣੇ ਕੋਲ ਮਿਨੀ ਪਾਰਲੀਮੈਂਟ। ਅਤੇ ਇਹ ਵਾਲੇ ਐਕਟ ਦੇ ਵਿੱਚ ਕੀ ਕਰਿਆ ਗਿਆ ਕਿ ਜਿਹੜੀ ਆਪਣੇ ਕੋਲ ਐਗਜ਼ੀਕਿਊਟਿਵ ਮੈਂਬਰ ਦੀ ਕਾਊਂਟਿੰਗ ਆ ਉਹ 6 ਕਰਤੀ। ਐਗਜ਼ੀਕਿਊਟਿਵ ਮੈਂਬਰ ਦੀ ਕਾਊਂਟਿੰਗ 6 ਹੋਣ ਦੇ ਨਾਲ ਨਾਲ ਜਿਹੜੇ ਐਡੀਸ਼ਨਲ ਮੈਂਬਰ ਸੀ ਜਿਨ੍ਹਾਂ ਨੂੰ ਵਾਇਸਰਾਏ ਨੋਮੀਨੇਟ ਕਰਦਾ ਸੀ ਉਹਨਾਂ ਦੀ ਗਿਣਤੀ ਘੱਟ ਤੋਂ ਘੱਟ 6 ਹੋ ਸਕਦੀ ਸੀ, ਵੱਧ ਤੋਂ ਵੱਧ 12 ਹੋ ਸਕਦੀ ਸੀ। ਅਤੇ ਜਿਹੜੇ ਇਹ ਐਡੀਸ਼ਨਲ ਮੈਂਬਰ ਹੁੰਦੇ ਸੀ ਇਹਨਾਂ ਨੂੰ ਅੱਗੇ 2 ਕੈਟੇਗਰੀਜ਼ 'ਚ ਡਿਵਾਈਡ ਕੀਤਾ ਹੁੰਦਾ ਸੀ। ਇੱਕ ਹੁੰਦੇ ਸੀ ਓਫੀਸ਼ੀਅਲ ਜਿਹੜੇ ਕਿ ਮੈਜੋਰਿਟੀ 'ਚ ਹੁੰਦੇ ਸੀ, ਇੱਕ ਹੁੰਦੇ ਸੀ ਨੋਨ ਓਫੀਸ਼ੀਅਲ ਜਿਹੜੇ ਕਿ ਘੱਟ ਗਿਣਤੀ 'ਚ ਹੁੰਦੇ ਸੀ। ਅਤੇ ਜਿਹੜੇ ਇਹਨਾਂ ਦੋਵਾਂ ਦਾ ਟਰਮ ਹੁੰਦਾ, ਟਰਮ ਕਹਿ ਲਓ ਜਾਂ ਫਿਰ ਕਹਿ ਲਓ ਪੀਰੀਅਡ, ਟਾਈਮ ਪੀਰੀਅਡ ਜੋ ਵੀ ਇਹਨਾਂ ਦਾ, ਠੀਕ ਹੈ। ਓਫੀਸ਼ੀਅਲ ਅਤੇ ਨੋਨ ਓਫੀਸ਼ੀਅਲ ਦੋਨਾਂ ਦਾ ਹੀ 2 ਸਾਲ ਦਾ ਸੀ। ਬਸ ਫਰਕ ਕੀ ਆ ਕਿ ਓਫੀਸ਼ੀਅਲ ਦੇ ਵਿੱਚ ਮੈਜੋਰਿਟੀ ਆ ਕਿ ਉਹ ਜ਼ਿਆਦਾ ਰਹਿਣਗੇ। ਨੈਕਸਟ, ਜਿਹੜੇ ਐਗਜ਼ੀਕਿਊਟਿਵ ਕਾਊਂਸਿਲ ਸੀ ਉਹਦੇ ਵਿੱਚ ਇੰਡੀਅਨ ਮੈਂਬਰ ਨਹੀਂ ਸੀ ਬਣ ਸਕਦੇ। ਉਹਦੇ ਵਿੱਚ ਜੋ ਵੀ ਮੈਂਬਰ ਹੋਣਗੇ ਉਹ ਬ੍ਰਿਟੇਨ ਦੇ ਨਾਗਰਿਕ ਹੋਣਗੇ ਜਾਂ ਫਿਰ ਕਹਿ ਲਓ ਉੱਧਰੋਂ ਦੇ ਅਫਸਰ ਵਗੈਰਾ ਹੋਣਗੇ। ਉਹਦੇ ਵਿੱਚ ਆਪਣਾ ਇੰਡੀਅਨਸ ਦਾ ਕੋਈ ਰੋਲ ਨਹੀਂ ਸੀ। ਬਟ ਜਿਹੜੇ ਐਡੀਸ਼ਨਲ ਮੈਂਬਰ ਸੀ ਉਹਦੇ ਵਿੱਚ ਇੰਡੀਅਨਸ ਨੂੰ ਨੋਮੀਨੇਟ ਕੀਤਾ ਜਾ ਸਕਦਾ ਸੀ। ਉਹ ਵੀ 3 ਮੈਂਬਰ ਜਿਹੜੇ ਨੋਮੀਨੇਟ ਹੋਏ ਸੀ, ਆਪਾਂ ਉਹਨਾਂ ਦੇ ਨਾਮ ਕਵਰ ਕਰਾਂਗੇ। ਬਟ ਇੰਨੀ ਗੱਲ ਤਾਂ ਆਪਾਂ ਸਮਝ ਹੀ ਸਕਦੇ ਹਾਂ ਕਿ ਦੇਖੋ ਇੰਨੇ ਜਾਣੇ ਦੇ ਵਿੱਚੋਂ ਅਗਰ 3 ਮੈਂਬਰ ਨੋਮੀਨੇਟ ਹੋ ਰਹੇ ਨੇ ਤਾਂ ਡੈਫੀਨੇਟਲੀ ਉਹਨਾਂ ਦੀ ਸਰਕਾਰ ਦੇ ਨਾਲ ਵਧੀਆ ਬਣਦੀ ਹੋਊਗੀ, ਵਧੀਆ ਬੋਲਚਾਲ ਹੋਊਗੀ। ਤਾਂ ਉਹਨਾਂ ਦੇ ਵਿੱਚ 3 ਮੈਂਬਰ ਕਿਹੜੇ ਸੀ, ਰਾਜਾ ਆਫ ਬਨਾਰਸ, ਮਹਾਰਾਜਾ ਆਫ ਪਟਿਆਲਾ ਅਤੇ ਸਰ ਦਿਨਕਰ ਰਾਓ। ਜਿਹੜਾ ਵੀ ਬਿੱਲ ਹੁੰਦਾ ਸੀ ਰਿਵੈਨਿਊ ਦਾ ਜਾਂ ਫਿਰ ਡੈਪਟ ਦਾ, ਮਿਲਟਰੀ ਦਾ, ਰਿਲੀਜਨ ਦਾ ਜਾਂ ਫਿਰ ਕਹਿ ਲਓ ਫੋਰਨ ਅਫੇਅਰਸ ਦੇ ਨਾਲ ਰਿਲੇਟਡ, ਉਹਨੂੰ ਪਾਸ ਕਰਨ ਵਾਸਤੇ ਵਾਇਸਰਾਏ ਜਾਂ ਫਿਰ ਕਹਿ ਲਓ ਗਵਰਨਰ ਜਨਰਲ ਦੀ ਅਪਰੂਵਲ ਜ਼ਰੂਰੀ ਹੁੰਦੀ ਸੀ, ਠੀਕ ਹੈ। ਉਹਦੇ ਤੋਂ ਬਿਨਾਂ ਪਾਸ ਨਹੀਂ ਸੀ ਹੋ ਸਕਦਾ। ਨੈਕਸਟ, ਜਦੋਂ ਵੀ ਕੋਈ ਐਮਰਜੈਂਸੀ ਹੋਊਗੀ ਤਾਂ ਉਸ ਟਾਈਮ ਵਾਇਸਰਾਏ, ਇੱਥੇ ਗਲਤੀ ਨਾਲ ਗਵਰਨਰ ਜਨਰਲ ਲਿਖਿਆ ਗਿਆ, ਤੁਸੀਂ ਵਾਇਸਰਾਏ ਯਾਦ ਰੱਖਿਓ। ਜਦੋਂ ਵੀ ਕੋਈ ਐਮਰਜੈਂਸੀ ਦੀ ਸਿਚੁਏਸ਼ਨ ਕ੍ਰੀਏਟ ਹੁੰਦੀ ਸੀ ਤਾਂ ਉਸ ਟਾਈਮ ਜਿਹੜਾ ਵਾਇਸਰਾਏ ਸੀ ਉਹ ਆਰਡੀਨੈਂਸ ਇਸ਼ੂ ਕਰ ਸਕਦਾ ਸੀ। ਆਰਡੀਨੈਂਸ ਇਸ਼ੂ ਕਰਨ ਦਾ ਮਤਲਬ ਕੀ ਆ, ਜਿਵੇਂ ਕਿ ਹੁਣ ਦੇਖੋ ਕੋਈ ਵੀ ਲਾਅ ਪਾਸ ਕਰਦੇ ਹਾਂ ਆਪਾਂ ਅੱਜ ਦੇ ਟਾਈਮ ਦੇ ਵਿੱਚ, ਥੋੜ੍ਹਾ ਜਿਹਾ ਸਮਝ ਕੇ ਦੇਖੋ। ਕੋਈ ਵੀ ਲਾਅ ਪਾਸ ਹੁੰਦਾ, ਲੋਕ ਸਭਾ 'ਚ ਜਾਂਦਾ, ਰਾਜ ਸਭਾ 'ਚ ਜਾਂਦਾ, ਦੋਵਾਂ ਦਾ ਅਪਰੂਵਲ ਹੁੰਦਾ, ਫਿਰ ਕਿਤੇ ਜਾ ਕੇ ਪ੍ਰੈਜ਼ੀਡੈਂਟ ਦੀ ਅਸੈਂਟ ਮਿਲਦੀ ਆ, ਠੀਕ ਹੈ, ਉਹਦੀ ਮਨਜ਼ੂਰੀ ਮਿਲਦੀ ਆ, ਉਸ ਤੋਂ ਬਾਅਦ ਦੇ ਵਿੱਚ ਜਾ ਕੇ ਕਿਤੇ ਲਾਅ ਬਣਦਾ ਨਾ। ਅਤੇ ਸੇਮ ਪ੍ਰੋਸੀਜਰ ਉਸ ਟਾਈਮ ਵੀ ਕੁਛ ਨਾ ਕੁਛ ਹੋਊਗਾ। ਬਟ ਜੇ ਕਈ ਵਾਰ ਕੋਈ ਵੀ ਐਮਰਜੈਂਸੀ ਦੀ ਸਿਚੁਏਸ਼ਨ ਕ੍ਰੀਏਟ ਹੋ ਜਾਵੇ ਤਾਂ ਪ੍ਰੈਜ਼ੀਡੈਂਟ ਕੋਲ ਇੰਨੀ ਕੀ ਪਾਵਰ ਹੈਗੀ ਹੈ ਕਿ ਆਰਡੀਨੈਂਸ ਇਸ਼ੂ ਕਰਕੇ ਉਹ ਟਾਈਮ 'ਤੇ ਐਕਸ਼ਨ ਲੈ ਸਕਦਾ। ਹੁਣ ਉਸ ਟਾਈਮ ਉਹ ਪਾਰਲੀਮੈਂਟ ਨਹੀਂ ਬਿਠਾਉਣ ਬੈਠੂਗਾ ਕਿ ਲੋਕ ਸਭਾ ਵਾਲੇ ਪਹਿਲਾਂ ਬਿੱਲ ਪਾਸ ਕਰਨ, ਫਿਰ ਰਾਜ ਸਭਾ ਵਾਲੇ ਕਰਨ, ਫਿਰ ਕਿਤੇ ਜਾ ਕੇ ਮੈਂ ਮਨਜ਼ੂਰੀ ਦਊਂ, ਜਦ ਤੱਕ ਤਾਂ ਪੂਰੀ ਸਿਚੁਏਸ਼ਨ ਵਿਗੜ ਜਾਣੀ ਹੈ। ਤਾਂ ਉਸੇ ਚੀਜ਼ ਨੂੰ ਉਸ ਟਾਈਮ ਵੀ ਸੋਚਿਆ ਗਿਆ ਅਤੇ ਉਦੋਂ ਵੀ ਆਰਡੀਨੈਂਸ ਦੀ ਜਿਹੜੀ ਆਪਣੇ ਕੋਲ ਕਹਿ ਲਓ ਕਨਸੈਪਟ ਸੀ ਉਹਨੂੰ ਇੰਟਰੋਡਿਊਸ ਕੀਤਾ ਗਿਆ ਕਿ ਜਿਹੜਾ ਆਪਣੇ ਕੋਲ ਵਾਇਸਰਾਏ ਆ ਉਹ ਆਰਡੀਨੈਂਸ ਇਸ਼ੂ ਕਰ ਸਕਦਾ ਜਦੋਂ ਵੀ ਕੋਈ ਅਰਜੈਂਟ ਮੈਟਰ ਹੋ ਜਾਵੇ ਉਸ ਟਾਈਮ, ਅਤੇ ਟੈਂਪਰੇਰੀ ਲਾਅ ਹੋਊਗਾ। ਅਤੇ ਇਹਦਾ ਜਿਹੜਾ ਮੈਕਸੀਮਮ ਟਾਈਮ ਪੀਰੀਅਡ ਆ ਉਹ 6 ਮੰਥ ਲਈ ਵੈਲਿਡ ਸੀ। ਇਸ ਤੋਂ ਇਲਾਵਾ ਇਟ ਐਮਪਾਵਰਡ ਦਾ ਵਾਇਸਰਾਏ ਟੂ ਮੇਕ ਰੂਲਸ ਐਂਡ ਆਰਡਰਸ ਫॉर ਦਾ ਬੈਟਰ ਐਂਡ ਮੋਰ ਕਨਵੀਨੀਅੰਟ ਟ੍ਰਾਂਜੈਕਸ਼ਨ ਆਫ ਬਿਜ਼ਨਸ, ਠੀਕ ਹੈ। ਤਾਂ ਉਹੀ ਸਾਰੀਆਂ ਚੀਜ਼ਾਂ ਦੱਸੀਆਂ ਹੋਈਆਂ ਨੇ। ਨੈਕਸਟ ਆਪਣੇ ਕੋਲ ਆ ਜਾਂਦਾ ਇਟ ਰੈਕੋਗਨਾਈਜ਼ ਦਾ ਪੋਰਟਫੋਲੀਓ ਸਿਸਟਮ। ਪੋਰਟਫੋਲੀਓ ਸਿਸਟਮ ਦਾ ਬਸ ਉਹੀ ਸੀ ਜਿਹੜੇ ਆਪਾਂ ਨੇ ਪਹਿਲਾਂ ਪੜ੍ਹੇ ਸੀ ਕਿ ਐਗਜ਼ੀਕਿਊਟਿਵ ਕਾਊਂਸਿਲ ਦੇ ਮੈਂਬਰਾਂ ਦੀ ਗਿਣਤੀ 6 ਕੀਤੀ ਗਈ। ਉਹਦੇ ਵਿੱਚ ਜਿਹੜੇ 6 ਮੈਂਬਰ ਸੀ ਉਹਨਾਂ ਨੂੰ ਅਲੱਗ-ਅਲੱਗ ਡਿਪਾਰਟਮੈਂਟ ਦਿੱਤਾ ਗਿਆ ਜਾਂ ਫਿਰ ਕਹਿ ਲਓ ਪੋਰਟਫੋਲੀਓ ਦਿੱਤਾ ਗਿਆ। ਆਹ ਗੱਲ ਯਾਦ ਰੱਖਿਓ, ਇਹ ਚੀਜ਼ ਇੰਟਰੋਡਿਊਸ ਕਿਹਨੇ ਕੀਤੀ ਸੀ, ਲਾਰਡ ਕੈਨਿੰਗ ਨੇ ਕੀਤੀ ਸੀ 1859 ਦੇ ਵਿੱਚ। ਅਤੇ ਬਾਕੀ ਆਪਣੇ ਕੋਲ ਗੱਲ ਰਹੀ ਆ ਆਰਡੀਨੈਂਸ ਦੀ, ਉਹ ਵੀ ਆਪਾਂ ਟੌਪਿਕ ਦੇ ਵਿੱਚ ਕਵਰ ਕਰ ਲਿਆ। ਆਈ ਹੋਪ ਤੁਹਾਨੂੰ ਵੀਡੀਓ ਹੈਲਪਫੁਲ ਲੱਗੀ ਹੋਊਗੀ। ਜੇ ਵਧੀਆ ਲੱਗੀ ਤਾਂ ਪਲੀਜ਼ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ। ਥੈਂਕ ਯੂ।